11 ਮੋੜ ਰੋਡ ਸਿੱਧਾ ਜਾਂਦਾ ਪੁਰਾਣੀ ਚੀਚਾ ਵਤਨੀ ਵੱਲ ਨੂੰ, ਜਿੱਥੇ ਉਹ ਸਮਾਧ ਆ ਸ਼੍ਰੀ ਸਵਾਮੀ ਚੇਤਨ ਪ੍ਰਕਾਸ਼ ਜੀ ਦੀ। ਇਹ ਰੋਡ ਸਿੱਧਾ ਜਾਂਦਾ ਪੁਰਾਣੀ ਚੀਚਾ ਵਤਨੀ ਵੱਲ ਨੂੰ। ਔਰ ਦੂਸਰਾ ਜਿਹੜਾ ਰੋਡ ਆ ਇਹ ਸਿੱਧਾ ਜਾਂਦਾ ਟੋਬਾ ਟੇਕ ਸਿੰਘ ਨੂੰ। ਇਹ ਮੇਨ ਰੋਡ ਹੀ ਆ, ਇਹਦੇ ਵਿੱਚੋਂ ਇਹ ਛੋਟਾ ਰੋਡ ਨਿਕਲਦਾ। ਔਰ ਇਹ ਜਿਹੜਾ ਵਾ ਇਹ ਚੀਚਾ ਵਤਨੀ ਵੱਲੋਂ ਆਉਂਦਾ ਵਾ, ਜਿਹੜੀ ਮਲਤਾਨ ਰੋਡ 'ਤੇ ਲਾਹੌਰ ਤੋਂ ਮਲਤਾਨ ਰੋਡ 'ਤੇ ਸਿਟੀ ਚੀਚਾ ਵਤਨੀ ਹੈ। ਚੀਚਾ ਵਤਨੀ ਤੋਂ ਅਗਰ ਟੋਬਾ ਟੇਕ ਸਿੰਘ ਝੰਗ ਨੂੰ ਜਾਓ ਤਾਂ ਫਿਰ ਇਹ ਰੋਡ ਸਿੱਧਾ ਹੈ ਝੰਗ ਨੂੰ, ਪਹਿਲੇ ਟੋਬਾ ਟੇਕ ਸਿੰਘ ਫਿਰ ਝੰਗ, ਔਰ ਵਿੱਚੋਂ 90 ਮੋੜ ਹੈ। ਔਰ ਇੱਥੋਂ ਇਹ ਰੋਡ ਸਿੱਧਾ ਨਿਕਲਦਾ ਵਾ ਪੁਰਾਣੀ ਚੀਚਾ ਵਤਨੀ ਵੱਲ ਨੂੰ। ਆਓ ਹੁਣ ਚੱਲਦੇ ਹਾਂ ਸ਼੍ਰੀ ਸਵਾਮੀ ਚੇਤਨ ਪ੍ਰਕਾਸ਼ ਜੀ ਦੀ ਸਮਾਧ ਵੱਲ ਨੂੰ। ਸਫ਼ਰ ਹੁਣ ਉੱਧਰ ਸ਼ੁਰੂ ਕਰਦੇ ਹਾਂ। ਹੁਣ ਜਾ ਰਹੇ ਹਾਂ ਜੀ ਅਸੀਂ ਸਮਾਧ ਵੱਲ ਨੂੰ। ਹੁਣ ਅਸੀਂ ਸਮਾਧ ਦੇ ਕੋਲ ਪਹੁੰਚ ਗਏ। ਇਹ ਵੇਖੋ ਜੀ, ਇਹ ਸਮਾਧ ਆ ਜੀ ਸ਼੍ਰੀ ਸਵਾਮੀ ਚੇਤਨ ਪ੍ਰਕਾਸ਼ ਜੀ ਦੀ। ਇਹ ਬਾਹਰਲਾ ਪਿੰਡ ਹੈ, ਬਾਹਰਲੇ ਪਾਸੇ ਆ। ਇਹ ਪੁਰਾਣੀ ਚੀਚਾ ਵਤਨੀ ਦੇ ਲਾਸਟ ਉੱਪਰ ਆਉਂਦਾ ਅਤੇ ਇਹ ਬਾਹਰਲਾ ਹਿੱਸਾ ਪਿੰਡ ਦਾ। ਜੀ ਇਹ ਜਿਹੜੀ ਸਮਾਧ ਆ ਇਹ ਚੇਤਨ ਪ੍ਰਕਾਸ਼ ਜੀ ਦੀ ਸਮਾਧ ਆ। ਉਦਾਸੀ ਇਹ ਪੰਥ ਸੀਗੇ, ਉਦਾਸੀ ਪੰਥ ਦੇ ਮੰਨਣ ਵਾਲੇ ਜਿਹੜੇ ਨੇ ਸ਼੍ਰੀ ਚੰਦ ਜੀ, ਬਾਬਾ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਵੱਡੇ ਪੁੱਤਰ ਸੀ ਸ਼੍ਰੀ ਚੰਦ ਜੀ, ਇਹ ਉਹਨਾਂ ਦੇ ਸਿਲਸਿਲੇ ਸੀ, ਉਹਨਾਂ ਦੇ ਮੰਨਣ ਵਾਲੇ ਸੀਗੇ। ਉਦਾਸੀ ਸੀਗੇ ਚੇਤਨ ਪ੍ਰਕਾਸ਼, ਇਹ ਉਹਨਾਂ ਦੀ ਸਮਾਧ 1944 ਦੇ ਵਿੱਚ ਬਣੀ ਆ। ਉੱਥੇ ਲਿਖਿਆ ਹੋਇਆ ਸੀ ਸੰਮਤ 2001, ਮਤਲਬ ਕਿ 1944। ਤੇ ਇਹ ਉਹਨਾਂ ਨਾਮ ਲਿਖਿਆ ਹੋਇਆ ਸੀਗਾ ਕਿ ਉਦਾਸੀ ਇਹ ਪੰਥ ਦੇ ਸੀਗੇ, ਜਿਹੜੇ ਸੀਗੇ ਚੇਤਨ ਲਾਲ ਜੀ ਉਹਨਾਂ ਦੇ। ਔਰ ਸਮਾਧ ਜਿਹੜੀ ਆ ਇਸ ਟਾਈਮ ਇੱਕ ਪ੍ਰਾਈਵੇਟ ਘਰ ਦੇ ਅੰਦਰ ਆ ਤੇ ਉਹ ਉਹਨਾਂ ਦਾ ਹੈ ਵਾ। ਬਸ ਅਸੀਂ ਇਹੀ ਪੂਰੇ ਪਾਕਿਸਤਾਨ 'ਚ ਅਸੀਂ ਜਿੱਥੇ ਵੀ ਜਾਈਦਾ ਵਾ ਇਹ ਉਹਨਾਂ ਦੀ ਅਗਰ ਪ੍ਰਾਈਵੇਟ ਵੀ ਹੈ ਵਾ ਜਗ੍ਹਾ, ਤੇ ਪਹਿਲੀ ਤਾਂ ਬੇਨਤੀ ਇਹੀ ਆ ਕਿ ਉਹਨਾਂ ਕੋਈ ਰਵੇ, ਉਹਨਾਂ ਕੋਲ ਕੋਈ ਵੀ ਨਾ ਹੀ ਲੈ ਲਵੇ। ਔਰ ਦੂਜਾ ਉਹਨਾਂ ਕੋਲ ਅਸੀਂ ਇਹ ਬੇਨਤੀ ਕਰਦੇ ਹਾਂ, ਰਿਕੁਐਸਟ ਕਰਦੇ ਹਾਂ ਕਿ ਇਹ ਪਾਕਿਸਤਾਨ ਦਾ ਅਸਾਸਾ ਹੈ। ਉਸ ਜਿਸ ਵੀ ਸਿਟੀ ਦੇ ਵਿੱਚ ਜਾਂ ਜਿਸ ਵੀ ਜਗ੍ਹਾ 'ਚ ਹੈ ਉਹਨਾਂ ਦਾ ਅਸਾਸਾ ਹੈ, ਤੇ ਉਹਨੂੰ ਇਹ ਸੰਭਾਲ ਕੇ ਰੱਖਣ। ਇਹ ਨਹੀਂ ਕਿ ਇਹ ਉਹਨਾਂ ਨੂੰ ਢਾਉਣ, ਇਹ ਕਿਉਂਕਿ ਪਾਕਿਸਤਾਨ ਦਾ ਲਾ ਜਿਹੜਾ ਵਾ ਉਹਦੇ ਵਿੱਚ ਵੀ ਕਿਸੇ ਨੂੰ ਵੀ ਅਨੁਮਤੀ ਨਹੀਂ ਹੈਗੀ ਕਿ ਜਿਹੜੇ ਵੀ ਇਹ ਪਾਕਿਸਤਾਨ ਦਾ ਅਸਾਸਾ ਵਾ ਉਹਨੂੰ ਢਾਇਆ ਜਾਵੇ। ਹਾਂ, ਉਹਨੂੰ ਇਸਤੇਮਾਲ ਕਰ ਸਕਦੇ ਨੇ, ਉਹਨੂੰ ਰੱਖ ਸਕਦੇ ਨੇ ਆਪਦੇ ਕੋਲ, ਉਹਨਾਂ ਕੋਲ ਇਹ ਕੋਈ ਵੀ ਨਹੀਂ ਖੋ ਸਕਦਾ। ਤੇ ਮੈਂ ਬੇਨਤੀ ਕਰਾਂਗਾ ਫਿਰ ਦੁਬਾਰਾ ਕਿ ਇਹ ਜਿਹੜਾ ਵਾ ਇਹ ਪੁਰਾਣੀ ਚੀਚਾ ਵਤਨੀ ਹੈ ਜਿਹੜਾ ਇਹ ਏਰੀਆ, ਔਰ ਕਿਉਂਕਿ ਇੱਥੋਂ ਦਾ ਇਹ ਇਤਿਹਾਸਿਕ ਸਥਾਨ ਹੈ, ਹਿਸਟੋਰੀਕਲ ਪਲੇਸ ਹੈ, ਤੇ ਇਹਦੀ ਸਾਂਭ ਕੀਤੀ ਜਾਵੇ, ਇਹਦੀ ਦੇਖ ਰੇਖ ਕੀਤੀ ਜਾਵੇ।
ਬਹੁਤ ਮੰਦੀ ਹਾਲਤ ਦੇ ਵਿੱਚ ਆ। ਅਗਰ ਇਸੇ ਹਾਲਤ ਦੇ ਵਿੱਚ ਰਹੂਗੀ ਤੇ ਇੱਕ ਦਿਨ ਢਹਿ ਢੇਰੀ ਹੋਣ ਦਾ ਇਹ ਚਾਂਸਸ ਹੈਗੇ ਆ। ਤੇ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਕਿ ਪੁਰਾਣੀ ਚੀਚਾਵਤਨੀ ਜਿਹੜੀ ਆ ਇਹ ਕਿੱਡੀ ਗਾ, ਤੇ ਜਾਂਦੇ ਥੋੜਾ ਉੱਥੇ ਵੀ ਰੀਲੋਕ ਕਰਦੇ ਜਾਂਦੇ ਆ। ਤੇ ਅਨੁਮਤੀ ਦਿਓ ਜੀ। ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ ਦੋਸਤੋ। ਸੰਗਤ ਜੀ, ਤੁਸੀਂ ਇਸ ਸਮੇਂ ਜਿਸ ਅਸਥਾਨ ਦਾ ਦਰਸ਼ਨ ਕਰਦੇ ਪਏ ਜੇ, ਇਹ ਇੱਕ ਸਮਾਧ ਹੈ, ਉਦਾਸੀ ਸਮਾਧ। ਉਦਾਸੀ ਸਾਧੂ ਦੀ ਇਹ ਸਮਾਧ ਹੈ। ਇਹਦਾ ਇਤਿਹਾਸ ਕੀ ਹੈ ਸਮਾਧ ਦਾ, ਔਰ ਦੂਸਰਾ ਇਹਦੀ ਲੋਕੇਸ਼ਨ ਕੀ ਹੈ, ਇਹ ਬਹੁਤ ਜ਼ਰੂਰੀ ਹੈ ਜਾਣਨਾ। ਕਿਉਂਕਿ ਜਿਹੜੇ ਨਵੇਂ ਦਰਸ਼ਕ ਜਿਹੜੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਸ਼ੌਕ ਹੈ, ਜਿਨ੍ਹਾਂ ਨੂੰ ਇਹਨਾਂ ਨੂੰ ਦੇਖਣਾ ਚਾਹੁੰਦੇ ਨੇ, ਉਹਨਾਂ ਨੂੰ ਫਿਰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿ ਉਹ ਇਹਨਾਂ ਅਸਥਾਨਾਂ ਦੇ ਦਰਸ਼ਨ ਕਿਸ ਤਰ੍ਹਾਂ ਕਰ ਸਕੇ। ਕਬੀਰ ਜੀ ਦੇ ਇਹ ਆਪਣੀ ਪ੍ਰਾਈਵੇਟ ਜਗ੍ਹਾ ਹੈ ਤੇ ਉਹਨਾਂ ਦਾ ਧੰਨਵਾਦ ਹੈ, ਉਹਨਾਂ ਦਾ ਬਹੁਤ ਥੈਂਕਸ ਹੈ ਕਿ ਉਹਨਾਂ ਨੇ ਅੰਦਰ ਆਉਣ ਦੀ ਮੈਨੂੰ ਅਨੁਮਤੀ ਦਿੱਤੀ, ਇਜਾਜ਼ਤ ਦਿੱਤੀ। ਤੇ ਮੈਂ ਤੁਹਾਨੂੰ ਦੱਸਾਂ, ਸਭ ਤੋਂ ਪਹਿਲੇ ਇਹਦਾ ਇਤਿਹਾਸ ਜਾਣੋ ਕਿ ਇਹ ਕੌਣ ਹੈ, ਕਿਹਦੀ ਸਮਾਧ ਹੈ। ਉਦਾਸੀ ਸਮਾਧ ਦੇ ਸਭ ਤੋਂ ਪਹਿਲਾਂ ਲਿਖਿਆ ਹੋਇਆ ਵਾ, ਲਿਖਿਆ ਹੈ ਜੀ 108 ਇੱਕ ਓਂਕਾਰ ਸ਼੍ਰੀ ਸਵਾਮੀ ਚੇਤਨ ਪ੍ਰਕਾਸ਼। ਉਦਾਸੀ ਸੰਮਤ ਬੋਲਿਆ ਫਿਰ ਜਾਣ ਕੇ ਦਿਮਾਗ ਖਰਾਬ ਨਾ ਮੇਰਾ ਕਰਿਆ ਇਹ ਕਰ। ਵਾ 2001 ਲਿਖਿਆ ਹੋਇਆ ਵਾ। 2001 ਮਤਲਬ ਕਿਹੜੇ ਪਾਸੇ ਦੇ ਆ? 47 ਦੇ ਵਿੱਚ। ਇਹ ਜਿਹੜਾ ਚਿੱਤਰਕਾਰ ਆ ਇਹ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਹੈ, ਉਹਨਾਂ ਦਾ ਚਿੱਤਰਕਾਰ ਆ। ਨਾਲ ਭਾਈ ਮਰਦਾਨਾ ਜੀ ਹੈ। ਤੇ ਬਹੁਤ ਵਧੀਆ ਜਿਹੜੀ ਇਹ ਚਿੱਤਰਕਾਰੀ ਕੀਤੀ ਹੋਈ, ਅੰਦਰ ਸੇਵਾ ਨਾ ਹੋਣ ਦੇ ਬਾਵਜੂਦ ਵੀ ਇਹ ਕਾਫੀ ਅੱਛੀ ਹਾਲਤ ਦੇ ਵਿੱਚ ਹੈ। ਜਦੋਂ ਕਿਸੇ ਅਸਥਾਨ ਦੇ ਵਾਲੀ ਵਾਰਸ, ਉਹਦੇ ਆਪ ਦੇ, ਉਹਦੇ ਵੀਰ, ਉਹਦੇ ਮਿੱਤਰ ਦੋਸਤ ਤੁਰ ਜਾਂਦੇ ਨੇ ਤੇ ਉਹ ਫਿਰ ਜਗ੍ਹਾ ਇੰਜ ਹੀ ਉੱਜੜ ਜਾਂਦੀਆਂ ਹੈ। ਦੇਖੋ ਕਿਸੇ ਨੇ ਕਿੰਨੇ ਰੀਝ ਨਾਲ ਇਹ ਸਮਾਧ ਬਣਾਈ ਸੀਗੀ, ਕਿੰਨੀ ਸੋਹਣੀ ਉੱਤੇ ਕਲਾਕਾਰੀ ਕੀਤੀ ਸੀਗੀ, ਫੁੱਲ ਬੂਟੇ ਪਾਏ ਸੀਗੇ, ਮੀਨਾਕਾਰੀ। ਅੱਜ ਉੱਜੜ ਗਈ ਹੈ ਤੇ ਚੀਕਾਂ ਮਾਰ ਮਾਰ ਕੇ ਆਪਦਿਆਂ ਪਿਆਰਿਆਂ ਨੂੰ ਬੁਲਾ ਰਹੀ, ਆਵਾਜ਼ਾਂ ਮਾਰਦੀ ਪਈ ਹੈ।